ਤੁਸੀਂ ਥੰਬਨੇਲ ਤੇ ਪੜ੍ਹ ਹੀ ਲਿਆ ਹੋਵੇਗਾ। ਮੈਂ ਸਿਰਫ ਤੁਹਾਡੇ ਦਰਬਾਰ 'ਚ ਹੁਣ 2 ਮਿੰਟ ਗੱਲ ਕਰਨ ਦੀ ਇਜਾਜ਼ਤ ਚਾਹਾਂਗਾ, ਲੇਕਿਨ ਕਰਾਂਗਾ 10 ਮਿੰਟ। ਸਾਡਾ ਕਈ ਮਸਲਿਆਂ ਦੇ ਵਿੱਚੋਂ ਇੱਕ ਇਹ ਵੀ ਬੜਾ ਵੱਡਾ ਮਸਲਾ ਹੈ। ਅੱਛਾ, ਜਰਮਨੀ ਦੇ ਵਿੱਚ ਇੱਕ ਨਾਸ਼ਪਾਤੀ ਦਾ ਦਰਖਤ ਸੀ। ਉਹ ਦਰਖਤ ਬੜਾ ਉੱਚਾ, ਕਦੀਮ, ਤਣਾ ਮਜ਼ਬੂਤ, ਬੜਾ ਮੋਟਾ ਤਣਾ ਸੀ ਉਹਦਾ, ਲੇਕਿਨ ਉਹਦਾ ਫਲ ਜਿਹੜਾ ਨਾ ਬੜਾ ਖੂਬਸੂਰਤ, ਮਿੱਠਾ ਔਰ ਜੂਸੀ ਸੀ। ਔਰ ਮੈਂ ਮੌਸਮ 'ਚ ਉਹਦਾ ਫਲ, ਉਹ ਮੇਰੇ ਪਿੰਡ ਦੇ ਨਾਲ ਹੀ ਸੀ ਤੇ ਮੈਂ ਉਹਦਾ ਫਲ ਖਾਣ ਜਾਂਦਾ ਹੁੰਦਾ ਸੀ ਜਿਸ ਤਰ੍ਹਾਂ ਦੂਸਰੇ ਲੋਕ ਜਾਂਦੇ ਸੀ। ਜਰਮਨੀ ਦੀ ਇੱਕ ਇਹ ਬੜੀ ਖੂਬਸੂਰਤ ਗੱਲ ਹੈ ਕਿ ਉਹ ਪੈਦਲ ਚੱਲਣ ਵਾਲੇ ਰਸਤਿਆਂ ਤੇ, ਵਾਕਿੰਗ ਟਰੈਕ ਤੇ, ਸਾਈਕਲ ਵਾਲੇ ਰਸਤੇ ਦੇ ਦੋਨੋਂ ਤਰਫ ਨਾ ਉਹ ਫਲਦਾਰ ਦਰਖਤ ਲਾ ਦਿੰਦੇ ਨੇ ਤਾਂ ਕਿ ਲੋਕ ਉਹਨਾਂ ਨੂੰ ਮਜ਼ਾ ਲੈ ਸਕਣ ਔਰ ਫਲ ਖਾ ਸਕਣ। ਅੱਛਾ, ਉਸ ਦਰਖਤ ਨੂੰ, ਜਿਹਦਾ ਫਲ ਖੂਬਸੂਰਤ ਸੀ, ਉਸ ਨਾਸ਼ਪਾਤੀ ਦੇ ਦਰਖਤ ਨੂੰ, ਉਹਨੂੰ ਦਰਖਤ ਨੂੰ ਦੀਮਕ ਵੀ ਲੱਗੀ ਸੀ, ਘੁਣ ਲੱਗੀ ਸੀ। ਉਹ ਅੰਦਰੋਂ ਖੋਖਲਾ ਵੀ ਸੀ ਕਿਉਂਕਿ ਬੜਾ ਕਦੀਮ ਸੀ, ਬੜਾ ਪੁਰਾਣਾ ਦਰਖਤ ਸੀ। ਔਰ ਉਸ ਦਰਖਤ ਦਾ ਛਿਲਕਾ ਜਿਹੜਾ ਨਾ ਉਹ ਇੰਨਾ ਕਿ ਉਹ ਅੱਜ ਹੱਥ 'ਚ ਫੜ ਕੇ ਜਦੋਂ ਖਿੱਚੀਦਾ ਸੀ ਨਾ, ਉਹ ਮੋਟਾ ਜਿਹਾ ਛਿਲਕਾ ਐਵੇਂ ਉਤਰ ਜਾਂਦਾ ਸੀ, ਝੁਰੀਆਂ ਪੈਂਦੀਆਂ ਕਿਉਂਕਿ ਪੁਰਾਣਾ ਦਰਖਤ ਸੀ, ਉਹ ਕਿਤੋਂ ਨੰਗਾ ਵੀ ਸੀ। ਹੁਣ ਇੱਕ ਕਿਸਮ ਦੇ ਲੋਕਾਂ ਦੀ ਆਏ, ਉਹਨਾਂ ਨੇ ਫਲ ਲਿਆ, ਫਲ ਲੱਭ ਗਿਆ, ਖਾਧਾ, ਸ਼ੁਕਰ ਅਦਾ ਕੀਤਾ, ਅੱਗੇ ਚੱਲ ਪਏ। ਹੁਣ ਇੱਕ ਕਿਸਮ ਦੇ ਲੋਕ ਨੇ ਉਹ ਉੱਥੇ ਖੜੇ ਹੋ ਜਾਣ, ਖੜੇ ਹੋ ਕੇ ਹਰ ਆਣ ਜਾਣੇ ਵਾਲੇ ਨੂੰ ਇਹ ਕਹਿਣਾ ਕਿ ਯਾਰ ਇਸ ਦਰਖਤ ਨੂੰ ਨਾ ਦੀਮਕ ਲੱਗੀ ਹੈ, ਇਸ ਦਰਖਤ ਇਹ ਨੰਗਾ ਵੀ ਹੈ ਕਿਸੇ ਜਗ੍ਹਾ ਤੋਂ, ਇਹ ਅੰਦਰੋਂ ਖੋਖਲਾ ਵੀ ਹੈ। ਅੱਛਾ, ਇਸ ਕਿਸਮ ਦੇ ਲੋਕ ਜਿਹੜੇ ਨੇ ਨਾ, ਉਸ ਦਰਖਤ ਦਾ ਕੋਈ ਨੁਕਸਾਨ ਨਹੀਂ ਕਰ ਰਹੇ। ਉਹ ਤਣਾ ਉਸੇ ਤਰ੍ਹਾਂ ਮੌਜੂਦ ਰਹੇਗਾ, ਉਹ ਤਣਾ ਫਲ ਵੀ ਦਿੰਦਾ ਰਹੇਗਾ, ਉਹ ਦਰਖਤ ਜਿਹੜਾ ਫਲ ਵੀ ਦਿੰਦਾ ਰਹੇਗਾ ਔਰ ਉਹਦੇ ਫਲ 'ਚ ਵੀ ਕੋਈ ਫਰਕ ਨਹੀਂ ਪਏਗਾ। ਲੇਕਿਨ ਉਹ ਜਿਹੜੇ ਲੋਕ ਨੇ ਜਿਹੜੇ ਉਸ ਦਰਖਤ ਦੀਆਂ ਬੁਰਾਈਆਂ ਬਿਆਨ ਕਰ ਰਹੇ ਨੇ, ਉਹ ਵਾਕਈ ਬੁਰਾਈਆਂ ਹਨ ਵੀ, ਉਸ ਦਰਖਤ 'ਚ ਦੀਮਕ ਵੀ ਲੱਗੀ ਏ, ਉਹ ਸੱਚ ਹੀ ਬੋਲ ਰਹੇ ਨੇ। ਉਹ ਦਰਖਤ ਦਾ ਨੁਕਸਾਨ ਕੋਈ ਨਹੀਂ ਕਰ ਰਹੇ, ਲੇਕਿਨ ਉਸ ਆਉਣ ਵਾਲੀ ਮਖਲੂਕ ਦਾ ਜਿਹੜੀ ਉਸ ਦਰਖਤ ਫਲ ਤੋਂ ਲੁਤਫ ਅੰਦੋਜ਼ ਹੋਣਾ ਚਾਹੁੰਦੀ ਏ ਜਾਂ ਹੋ ਰਹੀ ਸੀ, ਉਹਦਾ ਨੁਕਸਾਨ ਜ਼ਰੂਰ ਕਰ ਰਹੇ ਨੇ। ਉਹਨਾਂ ਲੋਕਾਂ ਦਾ ਨੁਕਸਾਨ ਜ਼ਰੂਰ ਕਰ ਰਹੇ ਨੇ ਜਿਹੜਾ ਫਲ ਖਾਂਦੇ ਸੀ। ਵੀਡੀਓ ਲੰਬੀ ਹੋ ਜਾਏਗੀ, ਮੈਂ 2 ਮਿਸਾਲਾਂ ਦੇਣਾ। ਇੱਕ ਦੇ ਇੱਕ ਜਿਹੜੇ ਲੋਕ ਅੱਛਾ ਕੰਮ ਕਰ ਰਹੇ ਨੇ, ਅੱਛਾ ਬੋਲ ਰਹੇ ਨੇ, ਉਹਨਾਂ ਕੋਲੋਂ ਲੋਕਾਂ ਨੂੰ ਫਾਇਦਾ ਮਿਲ ਰਿਹਾ, ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਿਓ। ਦੂਸਰਾ ਇਹ ਕਿ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਇੱਕ ਸ਼ਖਸ ਐਸਾ ਹੋਵੇਗਾ ਕਿ ਜਿਹਦੀ ਤੁਸੀਂ ਬੁਰਾਈਆਂ ਜਾਣਦੇ ਹੋਵੋਗੇ, ਲੇਕਿਨ ਉਹਦੇ ਕੋਲੋਂ ਕਈ ਹੋਰ ਰਿਸ਼ਤੇਦਾਰ ਫਾਇਦਾ ਵੀ ਉਠਾ ਰਹੇ ਹੋਣਗੇ। ਅਗਰ ਤੁਸੀਂ ਉਸ ਰਿਸ਼ਤੇਦਾਰ ਦੀਆਂ ਬੁਰਾਈਆਂ ਬਿਆਨ ਕਰਨਾ ਸ਼ੁਰੂ ਕਰ ਦੋਗੇ, ਰਿਸ਼ਤੇਦਾਰਾਂ ਨੂੰ ਉਹਦੀਆਂ ਬੁਰਾਈਆਂ ਦੱਸਣੀਆਂ ਸ਼ੁਰੂ ਕਰ ਦੋਗੇ, ਤੇ ਫਿਰ ਉਹ ਜਿਹੜੇ ਉਹਦੇ ਕੋਲ ਫਾਇਦਾ ਉਠਾ ਰਹੇ ਨੇ ਉਹ ਉਸ ਤੋਂ ਮਹਿਰੂਮ ਹੋ ਜਾਣਗੇ। ਅੱਛਾ, ਇੱਕ ਹੋਰ ਕਿਸਮ ਹੈ, ਉਹ ਫਲ ਦੀ ਜਿਹੜੀ ਹੈ ਉਹ ਖੂਬੀ ਵੀ ਉਹਨਾਂ ਨੂੰ ਪਤਾ ਹੈ, ਉਹ ਫਲ ਵੀ ਖਾਂਦੇ ਨੇ, ਉਹਨਾਂ ਨੂੰ ਉਸ ਦਰਖਤ ਦੇ ਜਿਹੜੀਆਂ ਬੁਰਾਈਆਂ ਨੇ ਉਹ ਵੀ ਨਜ਼ਰ ਨਹੀਂ ਆਉਂਦੀਆਂ। ਉਹ ਕਹਿੰਦੇ ਨੇ ਠੀਕ ਹੈ, ਦਰਖਤ ਮਾਸ਼ਾਅੱਲਾ ਬੜਾ ਸੋਹਣਾ, ਉਹਦੀਆਂ ਅੱਛਾਈਆਂ ਵੇਖਦੇ ਨੇ, ਉਹ ਉਹਦੇ ਅੱਗੇ ਫੁੱਲ ਰੱਖਣਾ ਸ਼ੁਰੂ ਕਰ ਦਿੰਦੇ ਨੇ, ਉਹ ਉਹਨੂੰ ਹਾਰ ਪਹਿਨਾਉਣਾ ਸ਼ੁਰੂ ਕਰ ਦਿੰਦੇ ਨੇ, ਉਹ ਉਹਨੂੰ ਚੂਨਾ ਮਾਰ ਉਹਦੇ ਅੱਗੇ ਪਿੱਛੇ ਉਹਦੀ ਚੰਗੀ ਦੇਖਭਾਲ ਕਰਨਾ ਸ਼ੁਰੂ ਕਰ ਦਿੰਦੇ ਨੇ, ਜ਼ਰੂਰਤ ਤੋਂ ਜ਼ਿਆਦਾ ਦੇਖਭਾਲ ਸ਼ੁਰੂ ਕਰਨਾ ਸ਼ੁਰੂ ਕਰ ਦਿੰਦੇ ਨੇ। ਅੱਛਾ, ਇਹ ਲੋਕ ਉਸ ਦਰਖਤ ਨੂੰ ਉਹਦੇ ਮਕਸਦ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਸ ਦਰਖਤ ਨੂੰ, ਨਾਸ਼ਪਾਤੀ ਦੇ ਦਰਖਤ ਨੂੰ ਕਿਸੇ ਹੋਰ ਪਾਸੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਜਿਹੜੇ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਕਨਫਿਊਜ਼ ਕਰ ਰਹੇ ਨੇ। ਉਹ ਸੋਚ ਰਹੇ ਨੇ ਕਿ ਯਾਰ ਦਰਖਤ ਹੈ, ਇਹ ਕੀ ਲੋਕ ਨੇ ਕਿ ਇਸ ਦਰਖਤ ਨੂੰ ਹਾਰ ਵੀ ਪਾਈ ਜਾਂਦੇ ਨੇ, ਫੁੱਲ ਵੀ ਰੱਖੀ ਜਾਂਦੇ ਨੇ। ਉਹਨਾਂ ਦੋਨਾਂ ਦੇ ਮਕਸਦ ਨੂੰ, ਉਹਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਸਾਰਿਆਂ ਨਾਲੋਂ ਵੱਡਾ, ਉਹ ਆਪਣਾ ਵਕਤ ਜ਼ਾਇਆ ਕਰ ਰਹੇ ਨੇ। ਤੀਸਰੀ ਕਿਸਮ ਐਸੇ ਲੋਕਾਂ ਦੀ ਹੈ ਕਿ ਉਹ ਕੀ ਕਰਦੇ ਨੇ, ਉਹ ਦਰਖਤ ਦੇ ਥੱਲੇ ਚਾਦਰ ਵਿਛਾ ਕੇ ਉਹਦੇ ਉੱਤੇ ਬਹਿ ਜਾਂਦੇ ਨੇ ਕਿ ਤੁਸੀਂ ਹੋ ਬਾਬਾ ਜੀ ਜੋ ਕੁਛ ਹੋ। ਹੁਣ ਇੱਕ ਮਿਸਾਲ ਦੇਣਾ, ਮਿਸਾਲ ਦੇ ਤੌਰ ਤੇ ਇੱਕ ਨਾਸ਼ਪਾਤੀ ਦਾ ਦਰਖਤ ਹੈ, ਉਹਨੂੰ ਉਸ ਦਰਖਤ ਦੀ ਨਾਸ਼ਪਾਤੀ ਬੜੀ ਕਿਉਂਕਿ ਮਿੱਠੀ ਔਰ ਜੂਸੀ ਵੀ ਹੈ, ਖੁਸ਼ਬੂਦਾਰ ਵੀ ਹੈ। ਇੱਕ ਹੋਰ ਦਰਖਤ ਉਹਦੇ ਨਾਲ ਬਹਿ ਕੇ ਉਗਣ ਦੀ ਕੋਸ਼ਿਸ਼ ਕਰਦਾ, ਉਹਦੇ ਨਾਲ ਉਹਨੂੰ ਲਾ ਦਿੰਦੇ, ਉਹ ਦਰਖਤ ਉੱਤੇ ਲੱਗਦਾ। ਤੁਹਾਡੇ ਕੀ ਖਿਆਲ 'ਚ ਉਹ ਦਰਖਤ ਜਿਹੜਾ ਉਹਦੇ ਥੱਲੇ ਲੱਗਾ ਨਾਲ, ਉਹ ਆਪਣੀ ਨਸ਼ੋ ਨੁਮਾ ਸਹੀ ਤਰੀਕੇ ਨਾਲ ਕਰ ਪਾਏਗਾ? ਪਹਿਲੇ ਨੰਬਰ ਤੇ ਕਿ ਉਹਦਾ ਵੱਡਾ ਦਰਖਤ ਜਿਹੜਾ ਪਹਿਲੇ ਮੌਜੂਦ ਸੀ, ਉਹਦੀ ਸੂਰਜ ਦੀ ਰੋਸ਼ਨੀ ਨੂੰ ਰੋਕੇਗਾ ਔਰ ਰੋਸ਼ਨੀ ਨਹੀਂ ਮਿਲੇਗੀ ਪ੍ਰਾਪਰ, ਤੇ ਉਹਦੀ ਨਸ਼ੋ ਨੁਮਾ ਸਹੀ ਨਹੀਂ ਹੋ ਪਾਏਗੀ। ਦੂਸਰੇ ਨੰਬਰ ਤੇ ਰੋਸ਼ਨੀ ਰੋਕਣ ਦੀ ਵਜ੍ਹਾ ਨਾਲੋਂ ਉਹ ਦਰਖਤ ਜਿਹੜਾ ਉਹ ਫਲ ਵੀ ਉਸ ਤਰ੍ਹਾਂ ਉਸ ਜ਼ਾਇਕੇ ਦਾ ਪੈਦਾ ਨਹੀਂ ਕਰ ਸਕੇਗਾ।
ਉਹ ਆਪਣਾ ਨੁਕਸਾਨ ਕਰੇਗਾ। ਅਗਰ ਉਹੀ ਜਿਹੜੀ ਨਾਸ਼ਪਾਤੀ ਦੇ ਦਰਖਤ ਹੈ ਉਹ ਵੱਡੇ ਦਰਖਤ ਤੋਂ ਪੁੱਟ ਕੇ ਕਿਸੇ ਦੂਸਰੀ ਸਾਈਡ ਤੇ ਲਾਵਾਂਗੇ, ਉਹ ਹੋ ਸਕਦਾ ਉਸ ਤੋਂ ਵੱਡਾ ਦਰਖਤ ਬਣ ਜੇ, ਉਸ ਤੋਂ ਜ਼ਿਆਦਾ ਬਿਹਤਰੀਨ ਫਲ ਦੇਣਾ ਸ਼ੁਰੂ ਕਰ ਦੇ, ਜ਼ਿਆਦਾ ਲਜ਼ੀਜ਼, ਮਜ਼ੇਦਾਰ, ਜ਼ਿਆਦਾ ਖੁਸ਼ਬੂ ਵਾਲਾ, ਉਹ ਉਸ ਤੋਂ ਵੀ ਬਿਹਤਰ ਇੱਕ ਪੌਦਾ ਬਣ ਜੇ। ਇਸ ਤਰ੍ਹਾਂ ਬਾਅਦ ਲੋਕ ਆਪਣੇ ਆਪ ਨੂੰ ਭੁੱਲ ਕੇ, ਆਪਣੇ ਵਜੂਦ ਨੂੰ ਭੁੱਲ ਕੇ, ਆਪਣਾ ਮਕਸਦ ਭੁੱਲ ਕੇ, ਆਪਣੀ ਸਲਾਹੀਤਾਂ ਨੂੰ ਇਗਨੋਰ ਕਰਕੇ ਅਸੀਂ ਕਿਸੇ ਐਸੇ ਇਨਸਾਨ ਦੇ ਪਿੱਛੇ ਲੱਗ ਜਾਂਦੇ ਆ, ਉਹਨੂੰ ਅੱਛਾ ਸਮਝਦਾ ਹੋਇਆ, ਉਹਦੇ ਫਲ ਨੂੰ ਅੱਛਾ ਵੇਖਦੇ ਹੋਇਆ, ਉਹਦੇ ਕਿਰਦਾਰ ਅਖਲਾਕ ਨੂੰ ਅੱਛਾ ਸਮਝਦੇ ਹੋਇਆ ਅਸੀਂ ਉਹਦੇ ਪਿੱਛੇ ਲੱਗ ਜਾਂਦੇ ਆ। ਅਸੀਂ ਸਾਰਿਆਂ ਨਾਲੋਂ ਵੱਡਾ ਨੁਕਸਾਨ ਆਪਣਾ ਕਰਨੇ ਆ। ਇੱਕ ਤੇ ਉਹਨੂੰ ਵੀ ਥੋੜਾ ਜਿਹਾ ਉਹਦੇ ਮਕਸਦ ਤੋਂ ਹਟਾਉਂਦੇ ਆ, ਉਹਨੂੰ ਥੋੜੇ ਜੀਆਂ ਸੱਜੇ ਖੱਬੇ ਮੋੜਨ ਦੀ ਵੀ ਕੋਸ਼ਿਸ਼ ਕਰਨਾ, ਮੁੜਦਾ ਸਾਡੀ ਵਜ੍ਹਾ ਦੇ ਨਾਲ, ਉਹਦੇ ਨਾਲ ਅਸੀਂ ਸਾਰਿਆਂ ਨਾਲੋਂ ਵੱਡਾ ਆਪਣਾ ਨੁਕਸਾਨ ਕਰ ਰਹੇ ਹਾਂ। ਕਿਉਂਕਿ ਹਰ ਇਨਸਾਨ ਨੂੰ ਅੱਲਾ ਨੇ ਇੱਕ ਅਲੱਗਾ ਸਲਾਹੀਅਤ ਦੇ ਨਾਲ, ਇੱਕ ਅਲੱਗਾ ਖੂਬੀ ਦੇ ਨਾਲ, ਇੱਕ ਅਲੱਗਾ ਮਕਸਦ ਦੇ ਨਾਲ ਭੇਜਿਆ। ਔਰ ਮੈਨੂੰ ਮੇਰੇ ਮਕਸਦ ਦਾ ਉਹਨਾਂ ਚਿਰ ਨਹੀਂ ਪਤਾ ਚੱਲਣਾ ਜਿੰਨਾ ਚਿਰ ਮੈਂ ਆਪਣੇ ਆਪ ਨੂੰ ਪੜ੍ਹਨਾ ਨਹੀਂ, ਆਪਣੇ ਆਪ ਨੂੰ ਟਾਈਮ ਨਹੀਂ ਦੇਣਾ, ਆਪਣੇ ਅੰਦਰ ਡੁਬਕੀ ਨਹੀਂ ਮਾਰਨੀ। ਦੁਨੀਆ ਦੇ ਵਿੱਚ ਅਗਰ ਮੈਂ ਸਾਰੀ ਦੁਨੀਆ ਲੁੱਟ ਕੇ ਲੈ ਆਵਾਂ ਨਾ, ਸਾਰੀ ਦੁਨੀਆ ਨੂੰ ਧੋਖਾ ਕਰ ਦਿਆਂ, ਹਕੀਕਤ ਗੱਲ ਇਹ ਇੰਨਾ ਕਿ ਛੋਟਾ ਜਿਹਾ ਧੋਖਾ ਹੈ। ਤੁਹਾਨੂੰ ਐਡਾ ਵੱਡਾ ਧੋਖਾ ਦੱਸਾਂ, ਐਡਾ ਵੱਡਾ ਹੋਵੇ ਮੈਨੂੰ ਆਪਣੇ ਆਪ ਦੇ ਨਾਲ ਧੋਖਾ, ਜਿਹੜਾ ਮੈਂ ਆਪਣੇ ਆਪ ਨੂੰ ਧੋਖਾ ਦੇ ਰਿਹਾ ਨਾ, ਸਾਰਿਆਂ ਨਾਲੋਂ ਵੱਡਾ ਦੁਨੀਆ ਦਾ ਇਹ ਧੋਖਾ ਹੈ। ਸਾਰੀ ਦੁਨੀਆ ਨਾਲ ਝੂਠ ਬੋਲਾਂਗਾ, ਉਹ ਐਡਾ ਵੱਡਾ ਝੂਠ ਨਹੀਂ ਜਿਹੜਾ ਮੈਂ ਆਪਣੇ ਆਪ ਨਾਲ ਝੂਠ ਬੋਲ ਰਿਹਾ, ਆਪਣੇ ਆਪ ਨੂੰ ਧੋਖੇ 'ਚ ਰੱਖਿਆ, ਆਪਣੇ ਆਪ ਨੂੰ ਦਾਅ ਲਾ ਰਿਹਾ, ਆਪਣੇ ਆਪ ਨਾਲ ਝੂਠ ਬੋਲ ਰਿਹਾ। ਜਿਸ ਦਿਨ ਮੈਂ ਆਪਣੇ ਆਪ ਨੂੰ ਧੋਖਾ ਦੇਣਾ ਛੱਡ ਦਿੱਤਾ, ਆਪਣੇ ਆਪ ਨਾਲ ਸੱਚ ਬੋਲਣਾ ਸ਼ੁਰੂ ਕਰ ਦਿੱਤਾ, ਆਪਣੇ ਆਪ ਨੂੰ ਟਾਈਮ ਦੇਣਾ ਸ਼ੁਰੂ ਕਰ ਦਿੱਤਾ, ਹਕੀਕਤ ਗੱਲ ਹੈ ਉਸ ਦਿਨ ਮੈਂ ਉਸ ਨਾਸ਼ਪਾਤੀ ਦੇ ਪੌਦੇ ਨਾਲੋਂ ਵੱਡਾ ਪੌਦਾ ਜ਼ਿਆਦਾ ਮਜ਼ਬੂਤੀ ਦੇ ਨਾਲ ਬਣਾਂਗਾ ਔਰ ਜ਼ਿਆਦਾ ਅੱਛਾ ਫਲ ਦਿਆਂਗਾ, ਔਰ ਉਸ ਫਲ ਦਾ ਇਸ ਮਖਲੂਕ ਨੂੰ ਫਾਇਦਾ ਵੀ ਹੋਵੇਗਾ। ਇਸ ਵਾਸਤੇ ਅੱਜ ਤੋਂ ਕੋਸ਼ਿਸ਼ ਕਰੋ ਕਿ ਜਿਹੜੇ ਟਾਈਮ ਦੇ ਫਜ਼ੂਲ ਅਸੀਂ ਕਿਸੇ ਦੂਸਰੇ ਦੇ ਪਿੱਛੇ ਲੱਗੇ ਆ, ਉਹ ਜਦੋਂ ਇਨਸਾਨ ਉਹਦਾ ਪੌਦਾ ਹੈ, ਉਹ ਨਾਸ਼ਪਾਤੀ ਦਾ ਪੌਦਾ ਜਿਹੜਾ ਦੂਸਰੀ ਵੱਡੀ ਨਾਸ਼ਪਾਤੀ ਦੇ ਆ ਕੇ ਥੱਲੇ ਲੱਗਿਆ, ਉਹ ਕਦੀ ਵੀ ਉਸ ਤੋਂ ਵੱਡਾ ਨਹੀਂ ਬਣ ਪਾਏਗਾ, ਕਦੀ ਵੀ ਉਸ ਤੋਂ ਜ਼ਿਆਦਾ ਬਿਹਤਰ ਨਸ਼ਮੋਨਮਾ ਨਹੀਂ ਕਰ ਪਾਏਗਾ। ਅਗਰ ਉਹਨੂੰ ਅਲੱਗਾ ਕਰ ਦਿਆਂਗੇ, ਸੋਚੋ ਜ਼ਰਾ, ਅਲੱਗਾ ਕਰ ਦਈਏ, ਕਿਸੇ ਹੋਰ ਜਗ੍ਹਾ ਤੇ ਲਾ ਦਈਏ, ਉਹ ਉਸ ਤੋਂ ਵੱਡਾ। ਇਸੇ ਤਰ੍ਹਾਂ ਅਸੀਂ ਕਿਸੇ ਦੇ ਪਿੱਛੇ ਲੱਗ ਕੇ ਅਸੀਂ ਇੱਕ ਤੇ ਆਪਣੀ ਨਸ਼ਮੋਨਮਾ ਰੋਕ ਲੈਂਦੇ ਹਾਂ, ਇੱਕ ਆਪਣੇ ਆਪ ਨੂੰ ਪਹਿਚਾਨਣਾ ਜਿਹੜਾ ਅਸੀਂ ਕੀ ਚੀਜ਼ਾਂ ਅੱਲਾ ਨੇ ਸਾਨੂੰ ਕੀ ਬਣਾ ਕੇ ਭੇਜਿਆ, ਉਹਦਾ ਅਸੀਂ ਨੁਕਸਾਨ ਕਰ ਰਹੇ ਹਾਂ, ਕਿ ਅਸੀਂ ਆਪਣੀ ਖੂਬੀਆਂ ਦਾ ਕਤਲ ਕਰ ਰਹੇ ਹਾਂ, ਅਸੀਂ ਆਪਣੇ ਵਜੂਦ ਦੀ ਇਨਕਾਰੀ ਕਰ ਰਹੇ ਹਾਂ, ਔਰ ਉਹਦੇ ਪਿੱਛੇ ਲੱਗ ਕੇ ਅੰਨੀ ਤਲਕੀਦ ਕਰੀ ਜਾਣ ਰਹੇ ਹਾਂ, ਔਰ ਅਸੀਂ ਜਿਹੜਾ ਸਾਡਾ ਮਕਸਦ ਸੀ, ਜਿਹੜਾ ਫਲ ਅਸੀਂ ਪੈਦਾ ਕਰਕੇ ਲੋਕਾਂ ਦਾ ਫਾਇਦਾ ਕਰਨਾ ਸੀ, ਅਸੀਂ ਉਸ ਫਾਇਦੇ ਤੋਂ ਵੀ ਬੜਾ ਪਿੱਛੇ ਹਟ ਰਹੇ ਹਾਂ। ਅਸੀਂ ਜਿੰਨੀ ਜਲਦੀ ਇਹਨਾਂ ਚੀਜ਼ਾਂ ਤੇ ਆਵਾਂਗੇ, ਉਨੀ ਜਲਦੀ ਹਕੀਕਤ ਗੱਲ ਅਸੀਂ ਬਿਹਤਰ ਨਸ਼ਮੋ ਨਮਾ ਵੀ ਕਰ ਪਾਵਾਂਗੇ, ਬਿਹਤਰ ਤਰੀਕੇ ਨਾਲ ਉੱਗ ਵੀ ਪਾਵਾਂਗੇ, ਔਰ ਬਿਹਤਰ ਤਰੀਕੇ ਨਾਲ ਲੋਕਾਂ ਵਾਸਤੇ ਫਲ ਵੀ ਪੈਦਾ ਕਰ ਪਾਵਾਂਗੇ। ਔਰ ਉਹਦੀਆਂ ਕਈ ਸ਼ਕਲਾਂ ਨੇ। ਜਿਨ੍ਹਾਂ ਭਰਾਵਾਂ ਨੂੰ ਇਸ ਗੱਲ ਦੀ ਸਮਝ ਆ ਗਈ ਏ, ਉਹ ਉਮੀਦ ਹੈ ਕਿ ਆਪਣੇ ਆਪ ਨੂੰ ਮਜ਼ਬੂਤ ਵੀ ਕਰਨਗੇ, ਉਹ ਆਪਣੇ ਆਪ ਦੀ ਰਖਵਾਲੀ ਵੀ ਕਰਨਗੇ, ਉਹ ਆਪਣੇ ਆਪ ਨੂੰ ਧੋਖਾ ਦੇਣਾ ਛੱਡ ਦੇਣਗੇ, ਆਪਣੇ ਆਪ ਨਾਲ ਸੱਚ ਬੋਲਣ ਦਾ ਸਟਾਰਟ ਸ਼ੁਰੂ ਕਰ ਦੇਣਗੇ। ਉਹ ਲੋਕ ਤੇ ਇਸ ਤੋਂ ਬੜਾ ਫਾਇਦਾ ਉਠਾ ਜਾਣਗੇ। ਲੇਕਿਨ ਜਿਨ੍ਹਾਂ ਨੂੰ ਨਹੀਂ ਸਮਝ ਆਈ, ਉਹ ਕਮ ਅਜ਼ ਕਮ ਇੰਨਾ ਕਰੋ ਕਿ ਉਸ ਫਲ ਦਾ ਲੋਕਾਂ ਨੂੰ ਫਾਇਦਾ ਉਠਾਉਣ ਦਿਓ, ਲੋਕਾਂ ਨੂੰ ਖਾਣ ਦਿਓ, ਉਸ ਦੀ ਜਿਹੜੀ ਦੀਮਕ ਉਹ ਲੋਕਾਂ ਨੂੰ ਨਾ ਦੱਸੋ, ਉਹ ਜਿੱਥੇ ਉਹਦਾ ਛਿਲਕਾ ਉਤਰਿਆ ਉਹ ਲੋਕਾਂ ਨੂੰ ਨਾ ਦੱਸੋ, ਉਹ ਜਿੱਥੇ ਅੰਦਰੋਂ ਖੋਖਲਾ ਹੈ ਖਾਲੀ ਹੈ ਉਹ ਨਾ ਦੱਸੋ। ਹੋ ਸਕਦਾ ਉੱਥੇ ਕੋਈ ਪਰਿੰਦਾ ਆ ਕੇ ਆਪਣਾ ਘੋਂਸਲਾ ਬਣਾ ਲੇ, ਉਸ ਜਿਹੜਾ ਉਹਦਾ ਛਿਲਕਾ ਉਤਰਿਆ ਉਹ ਕਿਸੇ ਗਰੀਬ ਦੇ ਜਲਾਣੇ ਦੇ ਕੰਮ ਆ ਜਾਏਗਾ। ਦੀਮਕ ਆਪਣਾ ਕੰਮ ਕਰ ਰਹੀ ਹੈ, ਤੁਸੀਂ ਬਸ ਉੱਥੇ ਖਲੋ ਕੇ ਅਗਰ ਕੋਈ ਪੱਤੇ ਥੱਲੇ ਤੁਹਾਨੂੰ ਚਿੜੇ ਮਿਲ ਰਹੇ ਨੇ, ਉਹਨਾਂ ਨੂੰ ਚੁੱਕ ਕੇ ਕਿਸੇ ਜਾਨਵਰ ਨੂੰ ਪਾ ਦਿਓ। ਉਸ ਫਲ ਨੂੰ, ਉਹ ਫਲ ਜਿਹੜਾ ਥੱਲੇ ਪਿਆ, ਜਿਹੜਾ ਪਹਿਲਾਂ ਖਾਧਿਆ, ਹਕੀਕਤ ਗੱਲ ਹੈ ਅੱਲਾ ਨੇ ਐਸੇ ਲੋਕ ਵੀ ਪੈਦਾ ਕੀਤੇ ਨੇ ਜਿਹੜਾ ਉਸ ਫਲ ਨੂੰ ਖਾਣ ਵਾਲੇ ਵੀ ਨੇ। ਮਰਦ ਨੂੰ ਰੋਣਾ ਨਹੀਂ ਚਾਹੀਦਾ, ਔਰ ਮਰਦ ਨੂੰ ਰਵਾਣਾ ਵੀ ਨਹੀਂ ਚਾਹੀਦਾ, ਔਰ ਮਰਦ ਨੂੰ ਕਿਸੇ ਹੋਰ ਨੂੰ ਹਸਾਣਾ ਵੀ ਨਹੀਂ ਚਾਹੀਦਾ। ਮਰਦ ਦਾ ਕੰਮ ਹੀ ਕੁਝ ਹੋਰ ਹੈ। ਇਨਸਾਨ ਜਿਹੜਾ ਹੈ ਨਾ, ਉਹ ਇੱਕ ਫਰਿਸ਼ਤਾ ਵੀ ਹੈ
ਤੇ ਇੱਕ ਸ਼ੈਤਾਨ ਵੀ ਹੈ। ਦੋਨੋਂ ਚੀਜ਼ਾਂ ਉਹਦੇ ਅੰਦਰ ਮੌਜੂਦ ਨੇ। ਹੁਣ ਉਹ ਕਿਸ ਟਾਈਮ ਕਿਹੜੀ ਸਲਾਹੀਅਤ ਨੂੰ ਜਾਂ ਕਿਹੜੇ ਜਜ਼ਬੇ ਨੂੰ ਜਾਂ ਕਿਹੜੀ ਉਸ ਜੋ ਅੱਲਾ ਨੇ ਉਹਦੇ ਅੰਦਰ ਬਣਾਈ ਉਹਨੂੰ ਬਾਹਰ ਰੱਖ ਕੇ ਤੁਹਾਡੇ ਸਾਹਮਣੇ ਰੱਖਦਾ ਹੈ ਜਾਂ ਉਹਦੇ ਤੇ ਅਮਲ ਕਰ ਰਿਹਾ ਹੁੰਦਾ ਹੈ, ਇਹਦਾ ਇਹ ਮਤਲਬ ਹਰਗਿਜ਼ ਨਹੀਂ ਕਿ ਅਸਤਗਫਿਰੁल्लाह ਸ਼ੈਤਾਨ ਹੈ ਜਾਂ ਉਹ ਫਰਿਸ਼ਤਾ ਬਣ ਗਿਆ। ਉਹ ਇਨਸਾਨ ਹੀ ਹੈ। ਉਹ ਅੱਛੇ ਵੀ ਕੰਮ ਕਰੇਗਾ ਔਰ ਬੁਰੇ ਵੀ ਕੰਮ ਕਰੇਗਾ। ਉਹਨੂੰ ਉਸ ਮਕਸਦ ਤੇ ਰਹਿਣਾ ਚਾਹੀਦਾ ਹੈ। ਉਹ ਇਨਸਾਨ ਨੂੰ, ਜਿਵੇਂ ਮੈਂ ਪਹਿਲੇ ਦੱਸਿਆ, ਕਿ ਨਾ ਇਹਨੂੰ ਰੋਣਾ ਚਾਹੀਦਾ, ਨਾ ਇਹਨੂੰ ਹੱਸਣਾ ਚਾਹੀਦਾ ਔਰ ਨਾ ਇਹਨੂੰ ਕਿਸੇ ਦੂਸਰੇ ਨੂੰ ਹਸਾਉਣਾ ਚਾਹੀਦਾ, ਬਲਕਿ ਆਪਣਾ ਕੰਮ ਜਿਹੜਾ ਮਕਸਦ ਦੇ ਕੇ ਇਹਨੂੰ ਭੇਜਿਆ, ਜਿਸ ਮਕਸਦ ਤੇ ਇਹ ਇਨਸਾਨ ਆਇਆ ਹੈ, ਉਸ ਮਕਸਦ ਤੇ ਰਹਿ ਕੇ ਆਪਣਾ ਮਕਸਦ ਤਲਾਸ਼ ਕਰੇ, ਆਪਣੀ ਵਜ੍ਹਾ ਤਲਾਸ਼ ਕਰੇ ਕਿ ਮੇਰੀ ਕੀ ਵਜ੍ਹਾ, ਮੈਂ ਕਿਸ ਵਜ੍ਹਾ ਤੋਂ ਅੱਲਾਹ ਪਾਕ ਨੇ ਮੈਨੂੰ ਇਸ ਕਿਹੜੇ ਮਕਸਦ ਦੇ ਕੇ ਭੇਜਿਆ, ਉਹਦੇ ਤੇ ਅਮਲ ਕਰੇ ਔਰ ਉਹਨੂੰ ਪੂਰਾ ਕਰੇ। ਅਗਰ ਮੈਂ ਇਹ ਕਰਕੇ ਇਸ ਦੁਨੀਆ ਤੇ ਚਲਾ ਗਿਆ, ਹਕੀਕਤ ਗੱਲ ਹੈ ਮੈਂ ਇਨਸਾਨੀਅਤ ਦਾ ਵੀ ਫਾਇਦਾ ਕਰ ਜਾਵਾਂਗਾ ਔਰ ਮੇਰਾ ਫਾਇਦਾ ਤੇ ਹੋਣਾ ਹੀ ਹੋਣਾ ਹੈ। ਉਹ ਬਾਬਾ ਬੁੱਲੇ ਸ਼ਾਹ ਕਿਆ ਖੂਬਸੂਰਤ ਲਾਈਨ ਲਿਖ ਕੇ ਗਏ ਨੇ ਕਿ ਅਸੀਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ, ਸਾਰੇ ਜਹਾਨ ਨੂੰ ਪੜ੍ਹ ਲਿਆ। ਉਹਦੀ ਹਕੀਕਤ ਗੱਲ ਹੈ ਮੈਨੂੰ ਹੁਣ ਸਮਝ ਆਣੀ ਸ਼ੁਰੂ ਹੋਈ ਹੈ ਕਿ ਅਸੀਂ ਆਪਣੇ ਆਪ ਨੂੰ ਤੇ ਪੜ੍ਹੇ ਹੀ ਨਹੀਂ। ਸਾਰਾ ਇਲਮ ਜਿਹੜਾ ਮੇਰੇ ਅੰਦਰ ਹੈ, ਸਾਰੀ ਨੂਰਾਨੀਅਤ ਮੇਰੇ ਅੰਦਰ ਹੈ, ਇਹ ਰੋਸ਼ਨੀ ਇੰਨੀ ਕਿ ਮੇਰੇ ਅੰਦਰ ਹੈ। ਮੈਂ ਤੇ ਇਸ ਦੁਨੀਆ ਦੇ ਉੱਤੇ ਇਸ ਦੁਨੀਆ ਨੂੰ ਆਪਣੀ ਉਂਗਲੀਆਂ ਤੇ ਨਚਾਉਣ ਵਾਸਤੇ ਆਇਆ ਸੀ ਔਰ ਮੈਂ ਇਸ ਦੁਨੀਆ ਦੀ ਉਂਗਲੀਆਂ ਤੇ ਖੁਦ ਨੱਚਣਾ ਸ਼ੁਰੂ ਹੋ ਗਿਆ। ਇਹਦੇ ਨਾਲ ਹੀ ਆਪਣਾ ਔਰ ਆਪਣੇ ਕਮਜ਼ੋਰ ਤਬਕੇ ਦਾ ਖਿਆਲ ਰੱਖਣਾ। ਆਪਣਾ ਖਿਆਲ ਕਿਸ ਤਰ੍ਹਾਂ ਰੱਖਣਾ ਹੈ ਕਿ ਅੱਜ ਤੋਂ ਸ਼ੁਰੂ ਕਰਨਾ ਹੈ ਕਿ ਮੈਂ ਖੁਦ ਨੂੰ ਧੋਖਾ ਨਹੀਂ ਦਿਆਂਗਾ। ਅੱਜ ਤੋਂ ਸ਼ੁਰੂ ਕਰਨਾ ਹੈ ਕਿ ਮੈਂ ਆਪਣੇ ਆਪ ਨਾਲ ਸੱਚ ਬੋਲਾਂਗਾ। ਔਰ ਦੂਸਰਿਆਂ ਦਾ ਭਲਾ ਕਿਵੇਂ ਕਰਨਾ ਹੈ ਕਿ ਇਸ ਵੀਡੀਓ ਨੂੰ ਤੁਸੀਂ ਸਮਝਿਆ ਤੇ ਇਹ ਦੂਸਰਿਆਂ ਵਾਸਤੇ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਸਮਝ ਆ ਜਾਏ, ਉਹ ਵੀ ਆਪਣੀ ਜ਼ਿੰਦਗੀ ਆਪਣੇ ਆਪ ਨੂੰ ਸਮਝ ਕੇ ਆਪਣੇ ਆਪ ਨੂੰ ਮਜ਼ਬੂਤ ਕਰ ਲੈਣ ਔਰ ਆਪਣਾ ਜਿਹੜਾ ਅੱਲਾ ਨੇ ਉਹਨਾਂ ਨੂੰ ਫਲ ਦੇ ਕੇ ਭੇਜਿਆ ਉਸ ਫਲ ਨੂੰ ਪ੍ਰੋਡਿਊਸ ਕਰਕੇ ਉਹ ਲੋਕਾਂ ਦਾ ਫਾਇਦਾ ਕਰ ਸਕਣ।